ਅਕਾਲ ਜੀ, ਮੇਰਾ ਨਾਮ ਵਿਪੁਲ ਉਜਵਲ ਹੈ ਅਤੇ ਮੈਂ ਸਟੇਟ ਕੋਵਿਡ ਕੰਟਰੋਲ ਰੂਮ ਦਾ ਮੈਂਬਰ ਹਾਂ। ਮੈਂ ਤੁਹਾਡੇ ਸਾਹਮਣੇ ਰੋਜ਼ਾਨਾ ਦਿੱਤੀ ਜਾਣ ਵਾਲੀ ਜਾਣਕਾਰੀ ਸਾਂਝੀ ਕਰਨ ਵਾਸਤੇ ਹਾਜ਼ਰ ਹਾਂ, ਜਿਸ ਦਾ ਅੱਜ 31ਵਾਂ ਦਿਨ ਹੈ। ਹੁਣ ਤੱਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿੱਚ 25,79,709 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਅਤੇ 1,79,047 ਲੋਕਾਂ ਦਾ ਮੌਤਾਂ ਦਾ ਕਾਰਨ ਬਣਿਆ। ਭਾਰਤ ਵਿੱਚ ਇਸ ਨੇ ਲਗਭਗ 20,471 ਲੋਕਾਂ ਨੂੰ ਸੰਕਰਮਿਤ ਕੀਤਾ ਹੈ, ਜਿਸ ਦੇ ਵਿੱਚ 652 ਮੌਤਾਂ ਸ਼ਾਮਿਲ ਹਨ। ਚੰਗੀ ਗੱਲ ਇਹ ਹੈ ਕਿ 4,000 ਤੋਂ ਵੱਧ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਜਿਹੜੇ ਕਿ ਪੂਰੇ ਵਿਸ਼ਵ ਭਰ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਦੀ ਇੱਕ ਬਹੁਤ ਹੀ ਚੰਗੀ ਰੇਸ਼ੋ ਹੈ। ਸਰਕਾਰ ਨੇ ਦੁਹਰਾਇਆ ਹੈ ਕਿ ਕੰਟੇਨਮੈਂਟ ਜ਼ੋਨ ਜਾਂ ਹੌਟਸਪੌਟਾਂ ਵਿੱਚੋਂ ਕਿਸੇ ਵੀ ਉਦਯੋਗਿਕ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ, ਜਦਕਿ ਹੋਰ ਖੇਤਰਾਂ ਵਿੱਚ ਉਦਯੋਗਿਕ ਇਕਾਈ ਨੂੰ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਨੇ ਕਰਫਿਊ ਦਾ ਸਮਾਂ ਮੁੱਕਣ ਤੋਂ ਬਾਅਦ ਕਰਫਿਊ ਦੀਆਂ ਪਾਬੰਦਾਂ ਨੂੰ ਹੌਲੀ-ਹੌਲੀ ਅਤੇ ਯੋਜਨਾਬੱਧ ਢੰਗ ਨਾਲ ਕਿਸ ਤਰ੍ਹਾਂ ਹਟਾਉਣਾ ਹੈ, ਇਸ ਬਾਰੇ ਆਪਣੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਲਈ ਸਰਕਾਰ ਨੇ ਜ਼ਮੀਨੀ ਸਥਿਤੀ ਦੀ ਜਾਂਚ ਕਰਨ ਅਤੇ ਯੋਜਨਾ ਬਣਾ ਕੇ ਪੇਸ਼ ਕਰਨ ਲਈ ਇੱਕ ਟਾਸਕ ਫੋਰਸ ਵੀ ਬਣਾ ਦਿੱਤੀ ਹੈ। ਕੋਰੋਨਾ ਦੌਰਾਨ ਚੱਲ ਰਹੇ ਕਰਫਿਊ ਅਤੇ ਇਕਾਂਤਵਾਸ ਅਤੇ ਇਕੱਲਾਪਨ ਵਿੱਚ ਰਹਿਣ ਕਾਰਨ ਲੋਕਾਂ 'ਚ ਕਾਫੀ ਮਾਨਸਿਕ ਤਣਾਅ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ, ਜਿਹਨੂੰ ਨਜਿੱਠਣ ਲਈ ਸਰਕਾਰ ਵੱਲੋਂ ਇੱਕ ਕਾਉਂਸਲਿੰਗ ਹੈਲਪਲਾਈਨ ਸਥਾਪਿਤ ਕੀਤੀ ਗਈ ਹੈ, ਜਿਹਦਾ ਨੰਬਰ ਹੈਗਾ 18001804 ਇਹਦੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਿਹੜੇ ਪ੍ਰੋਫੈਸ਼ਨਲ ਮਾਹਿਰ ਕਾਉਂਸਲਰਸ ਹਨ ਉਹਨਾਂ ਦੇ ਨਾਲ ਗੱਲ ਕਰਕੇ ਆਪਣੇ ਜਿਹੜੇ ਮਾਨਸਿਕ ਤਣਾਅ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਸਰਕਾਰ ਸ਼ੱਕੀ ਮਾਮਲੇ ਦੇ ਨਮੂਨੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸੰਬੰਧ ਵਿੱਚ ਰਾਜ ਨੇ ਟੈਸਟ ਲਈ ਕੁੱਲ 7887 ਨਮੂਨੇ ਭੇਜੇ ਹਨ, ਜਿਨ੍ਹਾਂ ਵਿੱਚੋਂ 7100 ਨਮੂਨਿਆਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਹਾਲਾਂਕਿ ਹੁਣ ਤੱਕ ਕੁੱਲ 257 ਨਮੂਨੇ ਪੋਜ਼ਿਟਿਵ ਪਾਏ ਗਏ। ਕੱਲ੍ਹ ਤੱਕ ਇਹ ਆંકੜਾ 251 ਦਾ ਸੀ। ਬਦਕਿਸਮਤੀ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਸੱਲੀ ਬਖਸ਼ ਗੱਲ ਇਹ ਹੈ ਕਿ ਸੂਬੇ ਵਿੱਚ 53 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਅੱਜ ਕੋਈ ਵੀ ਨਵਾਂ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ। ਅੱਜ ਧਰਤੀ ਦਿਵਸ ਹੈ ਅਤੇ ਇਸ ਮੌਕੇ ਤੇ ਪੰਜਾਬ ਸਰਕਾਰ ਕੋਵਿਡ ਸੰਕਟ ਦੇ ਬਾਵਜੂਦ ਧਰਤੀ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦੀ ਹੈ। ਇਸ ਸੰਬੰਧ ਵਿੱਚ ਸਰਕਾਰ ਨੇ 21,000 ਵਨ ਮਿੱਤਰਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾਈ ਹੈ। ਇਹ ਵਨ ਮਿੱਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਰਾਜ ਭਰ ਵਿੱਚ ਲਗਾਏ 73 ਲੱਖ ਬੂਟਿਆਂ ਦੀ ਰਾਖੀ ਲਈ ਲਗਾਏ ਜਾਣਗੇ। ਸਾਨੂੰ ਕਈ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਕਈ ਸਵਾਲ ਮਿਲ ਰਹੇ ਹਨ ਅਤੇ ਕੱਲ੍ਹ ਦੀ ਤਰ੍ਹਾਂ ਅਸੀਂ ਉਹਨਾਂ ਦੇ ਵਿੱਚੋਂ ਕੁਝ ਸਵਾਲਾਂ ਦਾ ਜਵਾਬ ਦੇਣ ਦੀ ਅੱਜ ਕੋਸ਼ਿਸ਼ ਕਰਾਂਗੇ। ਅੱਜ ਇੱਕ ਸਵਾਲ ਸਾਡੇ ਸਾਹਮਣੇ ਜਿਹੜਾ ਬਾਰ-ਬਾਰ ਪੁੱਛਿਆ ਗਿਆ ਕਈ ਥਾਵਾਂ ਤੋਂ, ਉਹ ਇਹ ਸੀਗਾ ਕਿ ਜਿਹੜੇ ਕੋਵਿਡ ਦੇ ਮਰੀਜ਼ ਜੋ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੈ, ਉਹਨਾਂ ਦੇ ਬਾਰੇ ਸਰਕਾਰ ਦਾ ਕੀ ਸਟੇਟਸ ਹੈ ਤੇ ਸਰਕਾਰ ਦੀ ਕੀ ਹਦਾਇਤਾਂ ਹੈ। ਸਭ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਕੋਵਿਡ ਮਰੀਜ਼ਾਂ ਦੀ ਇਲਾਜ ਲਈ ਪੂਰੀ ਤਰ੍ਹਾਂ ਸਮਰਥ ਹਨ। ਸਾਡੇ ਕੋਲ ਸਾਰੀ ਸੁਵਿਧਾਵਾਂ ਉਪਲਬਧ ਹਨ। ਫਿਰ ਵੀ ਜੇਕਰ ਕੋਈ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪੀਟਲ ਤੋਂ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਇਲਾਜ ਦੇ ਬਣਦੇ ਖਰਚੇ ਦਾ ਭੁਗਤਾਨ ਉਹਨੇ ਖੁਦ ਨੂੰ ਕਰਨਾ ਪੈਣਾ ਹੈ। ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਕੋਈ ਵੀ ਪ੍ਰਾਈਵੇਟ ਹਸਪੀਟਲ ਕੋਵਿਡ ਦੇ ਮਰੀਜ਼ਾਂ ਤੋਂ ਜਦੋਂ ਪੈਸਾ ਲੈਣਾ, ਉਹਨਾਂ ਨੂੰ ਚਾਰਜ ਕਰਨਾ, ਭੁਗਤਾਨ ਕਰਵਾਉਣਾ, ਉਹ CGHS ਜਿਹੜੀ NCR ਦੀ ਰੇਟਾਂ ਹੈ ਉਹਨਾਂ ਤੋਂ ਵੱਧ ਉਹ ਉਹਨਾਂ ਨੂੰ ਚਾਰਜ ਨਹੀਂ ਕਰ ਸਕਦਾ। ਔਰ ਆਮ ਲੋਕਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਜਿਹੜੀ CGHS ਰੇਟਾਂ ਹੈ, ਉਹ ਵੈਬਸਾਈਟ ਹੈ ਸਾਡੀ, ਨੋਟ ਕਰ ਸਕਦੇ ਹਾਂ cghs.gov.in ਤੇ ਜਾ ਕੇ ਉਹ ਸਾਡੀ ਰੇਟਾਂ ਦੀ ਜਾਣਕਾਰੀ ਉੱਥੋਂ ਤੋਂ ਲੈ ਸਕਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਪੁੱਛਿਆ ਹੈ ਕਿ ਚਮੜੀ ਤੇ ਐਲਕੋਹਲ ਜਾਂ ਕਲੋਰੀਨ ਦਾ ਛਿੜਕਾਅ ਕਰਨਾ ਕੀ ਕੋਰੋਨਾ ਵਾਇਰਸ ਨੂੰ ਮਾਰ ਸਕਦਾ ਹੈ। ਇਹਦਾ ਜਵਾਬ ਹੈ ਨਾ। ਐਲਕੋਹਲ ਜਾਂ ਕਲੋਰੀਨ ਦਾ ਛਿੜਕਾਅ ਕਰਨਾ ਚਮੜੀ ਲਈ ਨੁਕਸਾਨਦੇਹ ਹੈ। ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਰੱਖਣ ਲਈ ਸਾਬਣ ਜਾਂ ਪਾਣੀ ਜਾਂ ਐਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ। ਇੱਥੇ ਧਿਆਨ ਰੱਖਣਾ ਹੈ ਕਿ ਜਿਹੜਾ ਐਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਹੈ ਉੱਤੇ ਐਲਕੋਹਲ ਦਾ ਜਿਹੜਾ ਕੰਟੈਂਟ ਹੈ ਉਹ 70% ਜਾਂ ਉਸ ਤੋਂ ਵੱਧ ਹੋਣਾ ਚਾਹੀਦਾ ਹੈ। ਇੱਕ ਸਵਾਲ ਇਹ ਆਇਆ ਸੀ ਕਿ ਵਿਟਾਮਿਨ C ਦੀ ਵਾਧੂ ਵਰਤੋਂ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਮਦਦ ਕਰ ਸਕਦੀ ਹੈ। ਅਸੀਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਵਿਟਾਮਿਨ C ਕੋਰੋਨਾ ਵਾਇਰਸ ਦਾ ਇਲਾਜ ਨਹੀਂ ਕਰਦਾ ਹੈ। ਵਿਟਾਮਿਨ C ਦੀ ਵਰਤੋਂ ਸੇ ਤੁਹਾਡੀ ਜਿਹੜੀ ਇਮਿਊਨਿਟੀ ਹੈ, ਤੁਹਾਡੀ ਜਿਹੜੀ ਰੋਗ ਪ੍ਰਤੀਰੋਧਕ क्षमता ਹੈ ਉਹ ਵੱਧਦੀ ਹੈ। ਬਟ ਇੱਥੇ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਵਾਧੂ ਵਿਟਾਮਿਨ C ਦੀ ਵੀ ਵਰਤੋਂ ਕੋਈ ਚੰਗੀ ਗੱਲ ਨਹੀਂ। ਕਿ ਕੋਰੋਨਾ ਵਾਇਰਸ ਕੇਵਲ ਕੁਝ ਘੰਟਿਆਂ ਲਈ ਜਿੰਦਾ ਰਹਿ ਸਕਦਾ ਹੈ। ਕੋਰੋਨਾ ਵਾਇਰਸ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਤੱਕ ਜਿੰਦਾ ਰਹਿ ਸਕਦਾ ਹੈ। ਇਹ ਡਿਪੈਂਡ ਕਰਦਾ ਹੈ ਉਸ ਵੇਲੇ ਚਾਰੋਂ ਪਾਸੇ ਜਿਹੜੀ এনवायरमेंट ਕੰਡੀਸ਼ਨ ਹੈ, ਵਾਤਾਵਰਣ ਦੀ ਪਰਿਸਥਿਤੀਆਂ ਹੈ ਅਤੇ ਕਿਹੜੀ ਸਤਹ ਤੇ ਉਹ ਵਾਇਰਸ ਹੈ। ਜਿਵੇਂ ਵੱਖਰੀ ਸਤਹਾਂ ਹੈ ਤਾਂ ਉਹਨਾਂ ਤੇ ਵਾਇਰਸ ਦੇ ਜਿਉਂਦੇ ਰਹਿਣ ਦੀ ਜਿਹੜੀ ਟਾਈਮ ਹੈ ਉਹ ਵੱਖਰਾ ਹੈ। ਅੰਤ ਵਿੱਚ
ਅਸੀਂ ਕੋਰੋਨਾ ਵਾਇਰਸ ਦੇ ਖਿਲਾਫ ਤੁਹਾਡੀ ਇਸ ਲੜਾਈ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੋਰੋਨਾ ਵਾਇਰਸ ਦੀ ਲੜਾਈ ਵਿੱਚ ਸਮਾਜਿਕ ਦੂਰੀਆਂ ਬਣਾਏ ਰੱਖੋ ਅਤੇ ਆਪਣੇ ਹੱਥਾਂ ਦੀ ਸਫਾਈ ਦੀ ਖਾਸ ਧਿਆਨ ਰੱਖੋ। ਘਰ ਰਹੋ, ਸੁਰੱਖਿਅਤ ਰਹੋ ਅਤੇ ਸਿਹਤਮੰਦ ਰਹੋ। ਧੰਨਵਾਦ।